ਭਾਸ਼ਾ। ਲਖਨਊ ਰਹਿੰਦੇ ਇੱਕ ਵਿਅਕਤੀ ਨੇ ਇੱਕ ਤੋਤਾ ਪਾਲਿਆ ਹੋਇਆ ਸੀ, ਜਿਹੜਾ ਸਵੇਰੇ ਮਾਲਕ ਨੂੰ ਜਗਾਉਣ ਲਈ ਕਿਹਾ ਕਰਦਾ ਸੀ, ਹਜ਼ੂਰ ਜਾਗੀਏ, ਆਪਨੇ ਕੰਮ ਪਰ ਜਾਣਾ ਹੈ। ਮਾਲਕ ਦੀ ਪੰਜਾਬ 'ਚ ਬਦਲੀ ਹੋ ਗਈ। ਤੋਤੇ ਨੇ ਵੀ ਪੰਜਾਬੀ ਸਿੱਖ ਲਈ ਤੇ ਪੂਰਾ ਪੰਜਾਬੀ ਬਣ ਕੇ ਰਹਿਣ ਲੱਗ ਪਿਆ। ਉੱਠੋ ਏ ਕੰਜਰਾ, ਅੱਜ ਕੰਮ ਤੇ ਤੇਰਾ ਪਿਓ ਜਾਊਗਾ। ਧੰਨਵਾਦ। ਕੋਝ ਤੇ ਸੁੰਦਰਤਾ। ਸੋਹਣੀ ਇਸਤਰੀ ਦਾ ਜੁਰਮ ਗਲਤੀ ਹੀ ਲੱਗਦਾ ਹੈ ਤੇ ਕੋਝੀ ਇਸਤਰੀ ਦੀ ਗਲਤੀ ਵੀ ਜੁਰਮ ਲੱਗਦੀ ਹੈ। ਆਪਣੇ ਪਤੀ ਨੂੰ ਮਾਰਨ ਦੇ ਜੁਰਮ ਵਿੱਚ ਕੁਝ ਲੋਕਾਂ ਨੂੰ ਸਜ਼ਾ ਦੇ ਸਬੰਧ ਵਿੱਚ ਰਾਏ ਦੇਣ ਲਈ ਕਿਹਾ ਗਿਆ। ਕੁਝ ਨੂੰ ਜੁਰਮ ਕਰਨ ਵਾਲੀ ਸੋਹਣੀ ਇਸਤਰੀ ਤੇ ਬਾਕੀਆਂ ਨੂੰ ਕੋਝੀ ਇਸਤਰੀ ਦੀ ਫੋਟੋ ਭੇਜੀ ਗਈ। ਸੋਹਣੀ ਇਸਤਰੀ ਦੀ ਫੋਟੋ ਵੇਖਣ ਵਾਲਿਆਂ ਪੁਰਸ਼ਾਂ ਨੇ ਸਬੂਤ ਔਰਤ ਦੇ ਵਿਰੁੱਧ ਹੋਣ ਦੇ ਬਾਵਜੂਦ ਉਹਨੂੰ ਦੋਸ਼ੀ ਨਾ ਦੱਸਿਆ, ਜਦੋਂ ਕਿ ਕੋਝੀ ਇਸਤਰੀ ਵਾਲੀ ਫੋਟੋ ਵਾਲੇ ਪੁਰਸ਼ਾਂ ਨੇ ਉਸ ਨੂੰ ਸਖਤ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ। ਸੋਹਣੀ ਇਸਤਰੀ ਵਾਲੇ ਪੁਰਸ਼ਾਂ ਦੀ ਰਾਏ ਸੀ ਕਿ ਇੰਨੀ ਸੋਹਣੀ ਇਸਤਰੀ ਜੇਲ੍ਹ ਨਹੀਂ ਜਾਣੀ ਚਾਹੀਦੀ। ਬਾਕੀਆਂ ਦੀ ਰਾਏ ਸੀ ਕਿ ਇੰਨੀ ਕੋਝੀ ਇਸਤਰੀ ਜੇਲ੍ਹ ਤੋਂ ਬਾਹਰ ਨਹੀਂ ਰਹਿਣੀ ਚਾਹੀਦੀ। ਭੇਦਭਾਵ ਕਰਨ ਦੇ ਅਨੇਕਾਂ ਆਧਾਰ ਹੁੰਦੇ ਹਨ। ਧੰਨਵਾਦ। ਸ਼ਿਕਾਇਤ। ਸ਼ੇਰ ਬਿਮਾਰ ਸੀ। ਸਾਰੇ ਜੀਵ ਹਾਲ ਚਾਲ ਪੁੱਛਣ ਆਏ। ਲੂੰਬੜ ਨਾ ਆਇਆ। ਬਘਿਆੜ ਨੇ ਲੂੰਬੜ ਨਾਲ ਆਪਣੀ ਪੁਰਾਣੀ ਰੜਕ ਕੱਢਣ ਲਈ ਸ਼ੇਰ ਨੂੰ ਦੱਸਿਆ, ਲੂੰਬੜ ਤੁਹਾਡਾ ਸਤਿਕਾਰ ਨਹੀਂ ਕਰਦਾ। ਵੇਖੋ, ਆਇਆ ਹੀ ਨਹੀਂ। ਇੰਨੇ ਵਿੱਚ ਲੂੰਬੜ ਆ ਗਿਆ। ਲੂੰਬੜ ਨੇ ਬਘਿਆੜ ਦੇ ਅੰਤਲੇ ਸ਼ਬਦ ਸੁਣ ਲਏ ਸਨ। ਦੇਰ ਨਾਲ ਆਉਣ ਕਰਕੇ ਸ਼ੇਰ ਨੇ ਲੂੰਬੜ ਵੱਲ ਗੁੱਸੇ ਨਾਲ ਵੇਖਿਆ। ਲੂੰਬੜ ਨੇ ਮੌਕਾ ਸੰਭਾਲਦਿਆਂ ਕਿਹਾ, ਜਨਾਬ, ਤੁਸੀਂ ਮੇਰੀਆਂ ਸੇਵਾਵਾਂ ਦਾ ਕੋਈ ਅਨੁਮਾਨ ਲਾਇਆ? ਮੈਂ ਦੂਰ ਦੂਰ ਤੱਕ ਦੇ ਹਕੀਮਾਂ ਡਾਕਟਰਾਂ ਤੋਂ ਤੁਹਾਡੀ ਬਿਮਾਰੀ ਦਾ ਇਲਾਜ ਪੁੱਛ ਕੇ ਆਇਆ। ਮੈਂ ਉਦੋਂ ਹੀ ਆਉਣਾ ਸੀ ਜਦੋਂ ਇਲਾਜ ਲੱਭਦਾ। ਦੇਰ ਤਾਂ ਹੋਣੀ ਸੀ। ਇਹ ਇਲਾਜ ਇਹ ਹੈ ਕਿ ਤੁਹਾਨੂੰ ਇੱਕ ਬਘਿਆੜ ਨੂੰ ਮਾਰਨਾ ਪਏਗਾ ਤੇ ਉਹਦੀ ਨਿੱਘੀ ਚਮੜੀ ਨੂੰ ਆਪਣੇ ਦੁਆਲੇ ਲਪੇਟਣਾ ਪਏਗਾ। ਜਦੋਂ ਉਹਦੀ ਗਰਮੀ ਤੁਹਾਡੇ ਸਰੀਰ ਨੂੰ ਮਿਲੇਗੀ ਤਾਂ ਉਸ ਨਾਲ ਤੁਹਾਡਾ ਰੋਗ ਦੂਰ ਹੋ ਜਾਏਗਾ। ਸ਼ੇਰ ਨੇ ਬਘਿਆੜ ਨੂੰ ਮਾਰਨ ਲਈ ਇਸ਼ਾਰੇ ਨਾਲ ਬੁਲਾਇਆ। ਜਦੋਂ ਬਘਿਆੜ ਲੂੰਬੜ ਕੋਲੋਂ ਲੰਘ ਰਿਹਾ ਸੀ ਤਾਂ ਲੂੰਬੜ ਨੇ ਕਿਹਾ, ਮੇਰੀ ਸ਼ਿਕਾਇਤ ਨਹੀਂ, ਪ੍ਰਸ਼ੰਸਾ ਕਰਨੀ ਸੀ। ਧੰਨਵਾਦ। ਕਿਲੇ। ਇਹ ਭੁਲੇਖਾ ਰਿਹਾ ਹੈ ਕਿ ਕਿਲੇ ਬੜੇ ਮਜ਼ਬੂਤ ਹੁੰਦੇ ਸਨ। ਕਿਲੇ ਦੇ ਅੰਦਰ ਡਰੇ ਹੋਏ ਨਿਰਾਸ਼ ਲੋਕ ਰਹਿੰਦੇ ਸਨ। ਹਮਲਾਵਰ ਫੌਜ ਮੁੱਖ ਦਰਵਾਜ਼ੇ ਰਾਹੀਂ ਅੰਦਰ ਨਹੀਂ ਵੜਦੀ, ਪਾਸੇ ਦੀ ਕੰਧ ਵਿੱਚ ਪਾੜ ਪਾ ਕੇ ਅੰਦਰ ਘੁਸਦੀ ਹੈ। ਮੁੱਖ ਦੁਆਰ ਰਾਹੀਂ ਤਾਂ ਹੀ ਵੜਿਆ ਜਾਂਦਾ ਹੈ ਜੇ ਕਿਲ੍ਹਾ ਆਪਣੇ ਕਬਜ਼ੇ 'ਚ ਹੋਵੇ। ਕਿਲੇ ਨੂੰ ਘੇਰਾ ਪਾਉਣ ਵਾਲੇ ਬਾਹਰਲੇ ਇੱਧਰ ਉੱਧਰ ਜਾ ਸਕਦੇ ਹਨ, ਅੰਦਰਲੇ ਆ ਜਾ ਨਹੀਂ ਸਕਦੇ। ਅੰਦਰ ਗੰਦਗੀ ਫੈਲਣ ਕਰਕੇ ਬਿਮਾਰੀ ਫੈਲ ਜਾਂਦੀ ਹੈ। ਬਾਹਰੋਂ ਅੰਦਰ ਨਾ ਜਾ ਸਕਣਾ ਓਨਾ ਪਰੇਸ਼ਾਨ ਨਹੀਂ ਕਰਦਾ ਜਿੰਨਾ ਕਿਸੇ ਤੰਗ ਥਾਂ ਵਿੱਚ ਅੰਦਰ ਬੰਦ ਹੋ ਜਾਣਾ ਕਰਦਾ ਹੈ। ਇਹਨਾਂ ਕਾਰਨਾਂ ਕਰਕੇ ਕਿਲਿਆਂ ਦਾ ਮਹੱਤਵ ਜਾਂਦਾ ਰਿਹਾ ਤੇ ਤੋਪਾਂ ਨੇ ਕਿਲਿਆਂ ਦਾ ਭੋਗ ਹੀ ਪਾ ਦਿੱਤਾ। ਮੁਸਕਰਾਹਟ ਵਾਲਾ ਲੂੰਬੜ। ਹਕੂਮਤ ਦੇ ਉੱਪਰਲੇ ਮੰਡਲਾਂ ਵਿੱਚ ਸਭ ਕੁਝ ਵਿਉਂਤ ਬਣਾ ਕੇ ਕੀਤਾ ਜਾਂਦਾ ਹੈ। 1940 ਵਿੱਚ ਰੂਜ਼ਵੈਲਟ ਅਮਰੀਕਾ ਦਾ 2 ਵਾਰੀ ਰਾਸ਼ਟਰਪਤੀ ਬਣ ਚੁੱਕਿਆ ਸੀ। ਤੀਜੀ ਵਾਰ ਚੁਣੇ ਜਾਣ ਦਾ ਵਿਧਾਨ ਨਹੀਂ ਸੀ। ਯੂਰਪ ਵਿੱਚ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਅਮਰੀਕਾ ਅਜੇ ਯੁੱਧ ਵਿੱਚ ਸ਼ਾਮਲ ਨਹੀਂ ਸੀ ਹੋਇਆ, ਪਰ ਸ਼ਾਮਲ ਹੋਣ ਦੀ ਤਿਆਰੀ ਹੋ ਰਹੀ ਸੀ। ਰੂਜ਼ਵੈਲਟ ਦੀ ਪਾਰਟੀ ਉਮੀਦਵਾਰ ਲੱਭ ਰਹੀ ਸੀ। ਉਸ ਵੇਲੇ ਰੂਜ਼ਵੈਲਟ ਨੇ ਐਲਾਨ ਕੀਤਾ ਕਿ ਉਹ ਚੋਣ ਨਹੀਂ ਲੜੇਗਾ, ਪਰ ਅੰਦਰੋਂ ਉਹ ਲੜਨਾ ਚਾਹੁੰਦਾ ਸੀ। ਉਹਨੇ ਕਈਆਂ ਨੂੰ ਹੱਲਾਸ਼ੇਰੀ ਦੇ ਕੇ ਉਮੀਦਵਾਰ ਬਣਵਾ ਦਿੱਤਾ। ਜਿਸ ਦਿਨ 3 ਰੋਜ਼ਾ ਕਾਨਫਰੰਸ ਵਿੱਚ ਉਮੀਦਵਾਰ ਦਾ ਫੈਸਲਾ ਹੋਣਾ ਸੀ, ਅਨੇਕਾਂ ਉਮੀਦਵਾਰਾਂ ਕਾਰਨ ਫੈਸਲਾ ਹੀ ਨਾ ਹੋ ਸਕਿਆ। ਰੂਜ਼ਵੈਲਟ ਨੇ ਇੱਕ ਉਮੀਦਵਾਰ ਤੋਂ ਆਪਣੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਵੀ ਕਰਵਾ ਦਿੱਤੀ। ਦੂਜੇ ਦਿਨ ਮੰਗ ਉੱਠੀ ਕਿ ਰੂਜ਼ਵੈਲਟ ਨੂੰ ਲਿਆਓ। ਰੂਜ਼ਵੈਲਟ ਹਾਜ਼ਰ ਨਹੀਂ ਸੀ। ਅਖੀਰਲੇ ਦਿਨ ਹਾਜ਼ਰ ਹੋਇਆ। ਪਾਰਟੀ ਨੇ ਐਲਾਨ ਕੀਤਾ ਕਿ ਰੂਜ਼ਵੈਲਟ ਸਾਡਾ ਉਮੀਦਵਾਰ ਹੈ। ਇਵੇਂ ਰੂਜ਼ਵੈਲਟ ਉਮੀਦਵਾਰ ਬਣਿਆ ਤੇ ਜਿੱਤਿਆ। ਯੁੱਧ ਅਜੇ ਚੱਲ ਰਿਹਾ ਸੀ। ਅਗਲੀ ਵਾਰੀ ਵੀ ਜਿੱਤਿਆ। ਸਭ ਕੁਝ ਸੁਭਾਵਿਕ ਦਿਖਾਈ ਦੇ ਰਿਹਾ ਸੀ, ਪਰ ਹਰ ਪੱਖ ਸਿਆਣਪ ਨਾਲ ਵਿਉਂਤਿਆ ਗਿਆ ਸੀ
ਇਸੇ ਕਰਕੇ ਰੂਜ਼ਵੈਲਟ ਨੂੰ ਮੁਸਕਰਾਹਟ ਵਾਲਾ ਲੂੰਬੜ ਕਿਹਾ ਜਾਂਦਾ ਰਿਹਾ ਹੈ। ਧੰਨਵਾਦ। ਰਿਸ਼ਤਾ। ਪਤੀ ਪਤਨੀ ਵੱਖ ਰਹਿ ਰਹੇ ਸਨ। ਇੱਕ ਸਾਂਝੇ ਸ਼ੁਭ ਚਿੰਤਕ ਦੇ ਯਤਨਾਂ ਨਾਲ ਦੋਵੇਂ ਇੱਕ ਹੋਟਲ ਵਿੱਚ ਮਿਲੇ। ਪਤੀ ਨੇ ਕੁਝ ਕਿਹਾ ਜਿਸ ਨੂੰ ਪਤਨੀ ਨੇ ਅਪਮਾਨ ਸਮਝਿਆ ਤੇ ਉੱਠ ਕੇ ਜਾਣ ਲੱਗੀ। ਪਤੀ ਨੂੰ ਪਤਾ ਸੀ ਕਿ ਇਹ ਗੱਲਬਾਤ ਟੁੱਟਣ ਉਪਰੰਤ ਉਹ ਕਦੇ ਨਹੀਂ ਆਏਗੀ। ਪਤਨੀ ਖਲੋਤੀ ਸੀ। ਪਤੀ ਨੇ ਕਿਹਾ, ਕੁਝ ਚੰਗਾ ਵੀ ਕਹਿ। ਇਹੋ ਜਿਹਾ ਵਾਕ ਪਤੀ ਨੇ ਪਹਿਲੀ ਵਾਰ ਬੋਲਿਆ ਸੀ। ਪਤੀ ਪਤਨੀ ਦਾ ਪ੍ਰਤੀਕਰਮ ਉਡੀਕ ਰਿਹਾ ਸੀ। ਜਦੋਂ ਪਤੀ ਕੁਝ ਨਾ ਬੋਲੀ ਤਾਂ ਪਤੀ ਨੇ ਕਿਹਾ, ਮੇਰੇ ਤੋਂ ਜ਼ਰੂਰ ਕਈ ਵਧੀਕੀਆਂ ਹੋਈਆਂ ਹੋਣਗੀਆਂ। ਹੁਣ ਤੂੰ ਮੈਨੂੰ ਚੰਗਾ ਇਨਸਾਨ, ਚੰਗਾ ਪਤੀ ਤੇ ਚੰਗਾ ਪਿਤਾ ਬਣਨ ਵਿੱਚ ਮਦਦ ਕਰ। ਨਿਰਸੰਦੇਹ ਗਲਤਫਹਿਮੀਆਂ ਦੂਰ ਕਰਨ ਵਾਲੀ ਤੇ ਆਪਣਾ ਦੋਸ਼ ਸਵੀਕਾਰਨ ਵਾਲੀ ਤੇ ਜ਼ਿੱਦ ਨੂੰ ਤਿਆਗਣ ਵਾਲੀ ਗੱਲਬਾਤ ਸੀ। ਜਾਣ ਲਈ ਤਿਆਰ ਖਲੋਤੀ ਪਤਨੀ ਬਹਿ ਗਈ। ਧੰਨਵਾਦ। ਸਿਆਣਪ। ਇਸਤਰੀ ਪੁਰਸ਼ ਨੂੰ ਕਹਿੰਦੀ ਨਹੀਂ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ, ਕਿਉਂਕਿ ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਇੰਨਾ ਸਿਆਣਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪੇ ਸਮਝ ਜਾਵੇ। ਧੰਨਵਾਦ। ਪੰਜਾਬੀ। ਅਸੀਂ ਪੰਜਾਬੀ ਭਾਵੇਂ ਕਿੰਨੇ ਵੀ ਗਾਂਧੀ ਵਿਰੋਧੀ ਹੋਈਏ, ਪਰ ਗਾਂਧੀ ਤੋਂ ਬਿਨਾਂ ਭਾਰਤ ਦੀ ਸੁਤੰਤਰਤਾ ਕਿਆਸੀ ਨਹੀਂ ਜਾ ਸਕਦੀ। ਅਸੀਂ ਅਕਸਰ ਈਰਖਾਵਸ ਗਾਂਧੀ ਨੂੰ ਛੁਟਿਆਉਂਦੇ ਰਹਿੰਦੇ ਹਾਂ, ਕਿਉਂਕਿ ਆਜ਼ਾਦੀ ਨਾਲ ਪੰਜਾਬ ਦਾ ਬਟਵਾਰਾ ਹੋਇਆ। ਜਦੋਂ ਦੇਸ਼ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਪੰਜਾਬ ਵਿੱਚ ਕੱਟ ਵੱਢ ਹੋ ਰਹੀ ਸੀ। ਨਿਰਸੰਦੇਹ ਪ੍ਰਸੰਨਤਾ ਨਾਲੋਂ ਦੁਖਾਂਤ ਵੱਡਾ ਸੀ। ਸੋ ਅਸੀਂ ਗਾਂਧੀ ਦੀ ਕਦੇ ਪ੍ਰਸ਼ੰਸਾ ਨਹੀਂ ਕੀਤੀ, ਗਾਂਧੀ ਨੂੰ ਵਡਿਆਇਆ ਨਹੀਂ, ਅਪਣਾਇਆ ਨਹੀਂ। ਇਸੇ ਕਾਰਨ ਅਸੀਂ ਸੁਤੰਤਰਤਾ ਦਿਵਸ ਮਨਾਉਣ ਵਾਲੇ ਕਿਸੇ ਸਮਾਗਮ 'ਚ ਅਕਸਰ ਸ਼ਾਮਲ ਨਹੀਂ ਹੁੰਦੇ। ਛੁੱਟੀ ਹੋ ਜਾਂਦੀ ਹੈ, ਪਰ ਅਸੀਂ ਜਸ਼ਨ ਨਹੀਂ ਮਨਾਉਂਦੇ। ਅਸੀਂ ਇਹ ਵੀ ਕਹਿੰਦੇ ਹਾਂ ਕਿ ਸੁਤੰਤਰਤਾ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ। ਇਹ ਕੁਰਬਾਨੀਆਂ ਸਾਂਝੇ ਅੰਦੋਲਨ ਦਾ ਭਾਗ ਸਨ। ਸਾਡੀ ਸੋਚ ਵਿਸ਼ਾਲ ਨਹੀਂ। ਗਾਂਧੀ ਬਾਰੇ ਅਸੀਂ ਮੰਨ ਹੀ ਨਹੀਂ ਸਕਦੇ ਕਿ ਇੱਕ ਬਾਣੀਆ ਵੀ ਮਹਾਤਮਾ ਹੋ ਸਕਦਾ ਹੈ। ਸਾਨੂੰ ਗਾਂਧੀ ਨੂੰ ਸਮਝਣ ਵਿੱਚ, ਗਾਂਧੀ ਦੀਆਂ ਸਮਕਾਲੀ ਸਥਿਤੀਆਂ ਨੂੰ ਜਾਣਨ ਵਿੱਚ ਤੇ ਆਪਣੀ ਸੋਚ ਵਿਸ਼ਾਲ ਕਰਨ ਵਿੱਚ ਦੇਰ ਲੱਗੇਗੀ। ਧੰਨਵਾਦ। ਜੇਲ੍ਹ ਦੀ ਉਦਾਸੀ। ਜੇਲ੍ਹ ਵਿੱਚ ਉਦਾਸੀ ਦਾ ਇੱਕ ਕਾਰਨ ਛੋਟੇ ਬੱਚਿਆਂ ਨਾਲੋਂ ਨਾਤਾ ਟੁੱਟ ਜਾਣਾ ਹੁੰਦਾ ਹੈ। ਬੱਚੇ ਸਾਡੇ ਵਿਚਲਾ ਬਚਪਨ ਜਿਉਂਦਾ ਰੱਖਦੇ ਹਨ ਤੇ ਜੀਵਨ ਦੀ ਤਾਂਘ ਬੁੱਝਣ ਨਹੀਂ ਦਿੰਦੇ। ਜੇਲ੍ਹ ਵਿੱਚ ਮਹੀਨੇ ਗੁਜ਼ਰ ਜਾਂਦੇ ਹਨ, ਕੋਈ ਬੱਚਾ ਨਹੀਂ ਦਿਸਦਾ। ਸਾਲ ਗੁਜ਼ਰ ਜਾਂਦੇ ਹਨ, ਕਿਸੇ ਬੱਚੇ ਨੂੰ ਕੰਧਾੜੇ ਨਹੀਂ ਬਿਠਾਇਆ ਹੁੰਦਾ, ਉਸ ਨਾਲ ਗੱਲਾਂ ਨਹੀਂ ਕੀਤੀਆਂ ਹੁੰਦੀਆਂ। ਅਸਲੀ ਸਜ਼ਾ ਤਾਂ ਬੱਚਿਆਂ ਦੇ ਸੰਸਾਰ ਵਿੱਚੋਂ ਖਾਰਜ ਕੀਤੇ ਜਾਣ ਦੀ ਹੁੰਦੀ ਹੈ। ਇਵੇਂ ਹੋਣ ਨਾਲ ਜ਼ਿੰਦਗੀ ਉਦਾਸੀ ਜਾਂਦੀ ਹੈ। ਜਿਨ੍ਹਾਂ ਥਾਵਾਂ 'ਤੇ ਬੱਚੇ ਤੇ ਬੱਚਿਆਂ ਕਾਰਨ ਇਸਤਰੀਆਂ ਨਹੀਂ ਹੁੰਦੀਆਂ, ਉਹ ਥਾਵਾਂ ਬੜੀਆਂ ਰੁੱਖੀਆਂ ਤੇ ਭੁੱਖੀਆਂ ਹੁੰਦੀਆਂ ਹਨ। ਧੰਨਵਾਦ। ਲੋੜ ਤੇ ਲਗਨ। ਦੁਬਈ ਵਿੱਚ ਸੰਸਾਰ ਦਾ ਸਭ ਤੋਂ ਉੱਚਾ ਬੁਰਜ ਖਲੀਫਾ ਉਸਰ ਰਿਹਾ ਸੀ। ਕਈ ਠੇਕੇਦਾਰ ਕੰਮ ਕਰ ਰਹੇ ਸਨ। ਇੱਕ ਠੇਕੇਦਾਰ ਕੋਲ 15 ਬਲੋਚੀ ਮਜ਼ਦੂਰ ਸਨ। ਕੰਮ ਨਾ ਜਾਣਨ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਢਿੱਲੀ ਸੀ। ਮਾਲਕ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਇੱਕ ਬਲੋਚੀ ਮਜ਼ਦੂਰ ਨੇ ਮਾਲਕ ਨੂੰ ਕਿਹਾ, ਸਾਨੂੰ ਹਟਾਓ ਨਾ, ਭਾਵੇਂ ਸਾਡੀ ਉਜਰਤ ਅੱਧੀ ਕਰ ਦਿਓ, ਪਰ ਸਾਨੂੰ ਹਟਾਓ ਨਾ। 15 ਦਿਨਾਂ ਵਿੱਚ ਜੇ ਸਾਡੇ ਕੰਮ ਤੋਂ ਤਸੱਲੀ ਨਾ ਹੋਈ ਤਾਂ ਹਟਾ ਦੇਣਾ। ਮਾਲਕ ਮੰਨ ਗਿਆ। ਉਹਨਾਂ ਦੀ ਉਜਰਤ 40 ਤੋਂ 20 ਦਿਰਾਮ ਕਰ ਦਿੱਤੀ ਗਈ। ਬਲੋਚੀ ਮਜ਼ਦੂਰ ਮਿਸਤਰੀਆਂ ਤੋਂ ਸ਼ਾਮ ਨੂੰ ਪੁੱਛ ਲੈਂਦੇ ਸਨ ਕਿ ਕੱਲ੍ਹ ਅਸੀਂ ਕੀ ਕੰਮ ਕਰਨਾ ਹੈ। ਪੱਥਰ ਨੇੜੇ ਰੱਖਣੇ ਹਨ, ਮਸਾਲਾ ਬਣਾਉਣਾ ਸੀ, ਸੰਦ ਫੜਾਉਣੇ ਸਨ, ਪੱਥਰ ਲਾਉਣ ਵੇਲੇ ਫੜ ਕੇ ਰੱਖਣਾ ਸੀ। 15 ਦਿਨਾਂ ਮਗਰੋਂ ਮਾਲਕ ਨੇ ਉਹਨਾਂ ਦੀ ਮਜ਼ਦੂਰੀ 20 ਤੋਂ 30 ਦਿਰਾਮ ਕਰ ਦਿੱਤੀ। 1 ਮਹੀਨੇ ਮਗਰੋਂ ਉਹਨਾਂ ਦੀ ਪੁਰਾਣੀ 40 ਦਿਰਾਮ ਵਾਲੀ ਪੂਰੀ ਮਜ਼ਦੂਰੀ ਬਹਾਲ ਕਰ ਦਿੱਤੀ। ਉਹ ਮਿਸਤਰੀਆਂ ਦਾ ਕੰਮ ਵੀ ਸਿੱਖ ਗਏ। ਰੋਜ਼ 40 ਦਿਰਾਮ ਕਮਾਉਣੀ ਉਹਨਾਂ ਦੀ ਡਾਢੀ ਲੋੜ ਸੀ। ਜਿੰਨੀ ਡਾਢੀ ਲੋੜ ਹੁੰਦੀ ਹੈ, ਉਨੀ ਹੀ ਲਗਨ ਮਜ਼ਬੂਤ ਹੁੰਦੀ ਹੈ। ਹਾਜ਼ਰੀ। ਐਨਕਾਂ ਦੀ ਇੱਕ ਦੁਕਾਨ 'ਤੇ ਕਾਰੀਗਰ ਛੁੱਟੀਆਂ ਬਹੁਤ ਕਰਦੇ ਸਨ। ਕਿਸੇ ਵਿਆਹ 'ਤੇ ਜਾਂਦੇ ਸਨ, ਮੁੜਦੇ ਹੀ ਨਹੀਂ ਸਨ।
ਮਾਲਕ ਨੇ ਇੱਕ ਮਾਹਿਰ ਨਾਲ ਗੱਲ ਕੀਤੀ। ਇੱਕ ਕਾਰੀਗਰ ਰੋਜ਼ ਔਸਤ 500 ਰੁਪਏ ਦਾ ਕੰਮ ਕਰਦਾ ਸੀ ਤੇ 200 ਰੁਪਏ ਉਹਦੀ ਉਜਰਤ ਸੀ। ਮਾਹਰ ਦੇ ਦੱਸੇ ਅਨੁਸਾਰ ਮਾਲਕ ਨੇ ਆਪਣੇ 3 ਕਾਰੀਗਰਾਂ ਨੂੰ ਕਿਹਾ ਕਿ ਪ੍ਰਵਾਨਗੀ ਤੋਂ ਬਿਨਾਂ ਕੀਤੀਆਂ ਛੁੱਟੀਆਂ ਦੇ ਪੈਸੇ ਕੱਟੇ ਜਾਣਗੇ ਤੇ ਜਿਹੜਾ ਮਹੀਨੇ ਵਿੱਚ ਕੋਈ ਨਾਗਾ ਨਹੀਂ ਕਰੇਗਾ ਉਸ ਨੂੰ ਮਹੀਨੇ ਦੇ 600 ਰੁਪਏ ਵਾਧੂ ਮਿਲਣਗੇ। ਤਿੰਨੇ ਕਾਰੀਗਰ 600 ਵਾਧੂ ਰੁਪਏ ਲੈਣ ਲਈ ਹਾਜ਼ਰ ਰਹਿਣ ਲੱਗ ਪਏ। ਧੰਨਵਾਦ। ਅਮਰੀਕਾ ਵਿੱਚ ਇੱਕ ਸਟੋਰ ਵਿੱਚ ਇੱਕ ਸੇਲਸ ਗਰਲ ਕੁਝ ਸੋਚਦੀ ਹੋਣ ਕਰਕੇ ਗਾਹਕ ਸਾਹਮਣੇ ਮੁਸਕਰਾਉਣਾ ਭੁੱਲ ਗਈ। ਸ਼ਾਮ ਨੂੰ ਉਹਦੀ ਨੌਕਰੀ ਜਾਂਦੀ ਰਹੀ। ਭਾਰਤ ਵਿੱਚ ਇੱਕ ਸੇਲਸ ਗਰਲ ਗਾਹਕ ਨੂੰ ਵੇਖ ਕੇ ਮੁਸਕਰਾਈ ਤੇ ਮਾਲਕ ਨੇ ਉਹਦੇ ਮੁਸਕਰਾਉਣ ਕਾਰਨ ਉਹਦੀ ਛੁੱਟੀ ਕਰ ਦਿੱਤੀ। ਇਹ ਸੱਭਿਆਚਾਰਕ ਅੰਤਰ ਕਾਰਨ ਹੋਇਆ। ਧੰਨਵਾਦ। ਹਫ਼ਤਾ। ਸੋਮਵਾਰ ਨਵੀਂ ਧੋਤੀ ਚਾਦਰ ਵਾਂਗ ਵਿਛਾਇਆ ਜਾਂਦਾ ਹੈ। ਆਸ ਹੁੰਦੀ ਹੈ ਕਿ ਸਭ ਕੁਝ ਚੰਗਾ ਵਾਪਰੇਗਾ। ਮੰਗਲਵਾਰ ਚੜ੍ਹਦਿਆਂ ਹੀ ਦੁਚਿੱਤੀਆਂ ਆਰੰਭ ਹੋ ਜਾਂਦੀਆਂ ਹਨ। ਪਤਾ ਹੀ ਨਹੀਂ ਲੱਗਦਾ ਕਿ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ। ਬੁੱਧਵਾਰ ਗਿਆਨ ਹੋ ਜਾਂਦਾ ਹੈ ਕਿ ਕੁਝ ਵੀ ਸਿੱਧਾ ਤੇ ਸਰਲ ਨਹੀਂ ਹੈ। ਵੀਰਵਾਰ ਸੋਝੀ ਹੁੰਦੀ ਹੈ ਕਿ ਅੱਧਾ ਹਫ਼ਤਾ ਤਾਂ ਲੰਘ ਗਿਆ ਹੈ। ਰੁੱਖਾ ਸੁੱਖਾ, ਸੁੱਕਾ ਸੁੱਕਾ ਮੂੰਹ ਦਾ ਸਵਾਦ ਵਿਗੜਨ ਲੱਗ ਪੈਂਦਾ ਹੈ। ਸ਼ੁੱਕਰਵਾਰ ਇਸ ਪਛਤਾਵੇ ਨਾਲ ਆਉਂਦਾ ਹੈ ਕਿ ਇਹ ਹਫ਼ਤਾ ਵੀ ਪਿਛਲੇ ਹਫ਼ਤੇ ਵਰਗਾ ਹੀ ਸੀ। ਸ਼ਨੀਚਰਵਾਰ ਨੂੰ ਘਬਰਾਹਟ ਇਹ ਸੋਚ ਕੇ ਵੱਧ ਜਾਂਦੀ ਹੈ ਕਿ ਜੋ ਕਰਨਾ ਸੀ ਉਹ ਹੋਇਆ ਨਹੀਂ, ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚੇ ਨਹੀਂ। ਐਤਵਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਚੱਲ ਰਹੇ ਹਾਂ ਕਿ ਰੁਕੇ ਹੋਏ ਹਾਂ ਕਿ ਫਸੇ ਹੋਏ ਹਾਂ। ਧੰਨਵਾਦ। ਨਵੀਂ ਕਾਢ। ਇੰਗਲੈਂਡ ਵਿੱਚ ਇੱਕ ਮਕੈਨਿਕ ਦੀ ਪਤਨੀ ਕੁਝ ਦਿਨਾਂ ਲਈ ਕਿਧਰੇ ਗਈ ਹੋਈ ਸੀ ਤੇ ਮਕੈਨਿਕ ਨੂੰ 2 ਬੱਚੇ ਸੰਭਾਲਣੇ ਪੈ ਰਹੇ ਸੀ। ਦੋਵੇਂ ਬੱਚਿਆਂ ਨੂੰ ਬਾਹਰ ਲੈ ਜਾਣ ਵਿੱਚ ਉਸ ਨੂੰ ਮੁਸ਼ਕਿਲ ਹੁੰਦੀ ਸੀ, ਪਰ ਬੱਚੇ ਬਾਹਰ ਜਾ ਕੇ ਖੁਸ਼ ਹੁੰਦੇ ਸਨ। ਉਸਨੇ ਆਪਣੀ ਵਰਕਸ਼ਾਪ ਵਿੱਚ 2 ਛੱਤਾਂ ਵਾਲੀ ਪ੍ਰੈਮ ਬਣਾਈ ਤੇ ਉਸ ਵਿੱਚ ਉੱਪਰ ਥੱਲੇ ਇੱਕ ਬੱਚੇ ਨੂੰ ਪਾ ਕੇ ਬਿਠਾ ਕੇ ਉਹਨਾਂ ਨੂੰ ਘੁਮਾਉਣ ਫਿਰਾਉਣ ਲੈ ਜਾਂਦਾ ਸੀ। ਉਸ ਦੀ ਬੱਗੀ ਨੂੰ ਵੇਖ ਕੇ ਮਾਵਾਂ ਬੜੀਆਂ ਪ੍ਰਸੰਨ ਹੁੰਦੀਆਂ ਸਨ। ਉਹਨਾਂ ਨੇ ਮਕੈਨਿਕ ਤੋਂ ਆਪਣੇ ਬੱਚਿਆਂ ਲਈ ਪ੍ਰੈਮਾਂ ਬਣਾਉਣੀਆਂ ਆਰੰਭ ਕੀਤੀਆਂ। ਉਸਨੇ ਪ੍ਰੈਮ ਬਣਾਉਣ ਦੀ ਕੰਪਨੀ ਖੋਲ੍ਹ ਲਈ। ਇਵੇਂ ਪ੍ਰੇਮ ਦੀ ਕਾਢ ਨਿਕਲੀ। ਧੰਨਵਾਦ। ਪਿਆਰਾ। ਜਦੋਂ ਕਿਸੇ ਨਾਲ ਪਿਆਰ ਹੁੰਦਾ ਤੇ ਰਲ ਕੇ ਕਈ ਚੀਜ਼ਾਂ ਖਾਂਦੇ ਹਾਂ, ਜਿਹੜੀ ਚੀਜ਼ ਸਾਨੂੰ ਸਭ ਤੋਂ ਵੱਧ ਸਵਾਦੀ ਲੱਗਦੀ ਹੈ ਉਹ ਅਸੀਂ ਪਿਆਰੇ ਨੂੰ ਦੇ ਦਿੰਦੇ ਹਾਂ ਅਤੇ ਉਸ ਨੂੰ ਖਾਂਦਿਆਂ ਵੇਖ ਕੇ ਅੱਖਾਂ ਰਾਹੀਂ ਆਪ ਸਵਾਦ ਮਾਣਦੇ ਹਾਂ। ਜਦੋਂ ਕਿਸੇ ਨਾਲ ਪਿਆਰ ਹੋਵੇ ਤਾਂ ਉਹਨੇ ਭਾਵੇਂ 2-3 ਦਿਨ ਮਗਰੋਂ ਮਿਲਣਾ ਹੋਵੇ, ਚੀਜ਼ਾਂ ਵਿੱਚੋਂ ਉਹਦਾ ਹਿੱਸਾ ਬਚਾ ਕੇ ਰੱਖਣਾ ਚੰਗਾ ਲੱਗਦਾ ਹੈ। ਉਂਝ ਅਸੀਂ ਹਰ ਥਾਂ ਆਪਣੇ ਆਪ ਨੂੰ ਪਹਿਲਾਂ ਰੱਖਦੇ ਹਾਂ, ਪਰ ਪਿਆਰ ਵਿੱਚ ਦੂਜੇ ਨੂੰ ਅਸੀਂ ਆਪਣੇ ਆਪ ਨਾਲੋਂ ਵੀ ਵਧੇਰੇ ਮਹੱਤਵਪੂਰਨ ਸਮਝਣ ਕਰਕੇ ਪਹਿਲ ਦਿੰਦੇ ਹਾਂ। ਧੰਨਵਾਦ। ਪ੍ਰਸਿੱਧ ਲੇਖਕ। ਵਿਸ਼ਵ ਪ੍ਰਸਿੱਧ ਲੇਖਕ ਸਾਮਰਸੈਟ ਮਾਮ ਦੇ ਨਾਵਲ ਤੇ ਕਹਾਣੀਆਂ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ। ਉਸਨੇ ਆਪਣੀ ਸਵੈ ਜੀਵਨੀ ਵਿੱਚ ਲਿਖਿਆ ਹੈ ਕਿ ਉਹ ਬਚਪਨ ਵਿੱਚ ਥਥਲਾਉਂਦਾ ਸੀ, ਜਿਸ ਕਾਰਨ ਉਹ ਹੋਰਾਂ ਦੇ ਸੰਪਰਕ ਵਿੱਚ ਆਉਣ ਤੋਂ ਝਿਜਕਦਾ ਸੀ। ਥਥਲਾਉਣ ਕਾਰਨ ਹੀ ਉਹਨੇ ਲਿਖਣਾ ਆਰੰਭਿਆ ਤੇ ਪ੍ਰਸਿੱਧ ਹੋਇਆ। ਆਪਣੇ ਨੁਕਸ ਦੇ ਮੁਕਾਬਲੇ ਬਹੁਤ ਵੱਡਾ ਗੁਣ ਉਸਾਰਨ ਨਾਲ ਨੁਕਸ ਨਹੀਂ ਰਹਿੰਦਾ। ਪ੍ਰਸਿੱਧੀ ਕਾਰਨ ਮਿਲੇ ਆਤਮ ਵਿਸ਼ਵਾਸ ਨਾਲ ਸਾਮਰਸੈਟ ਮਾਮ ਦਾ ਥਥਲਾਉਣਾ ਵੀ ਠੀਕ ਹੋ ਗਿਆ। ਧੰਨਵਾਦ। ਬੇਮੌਕਾ। ਇੱਕ ਪਿੰਡ ਵਿੱਚ ਬਾਹਰੋਂ ਗਿੱਦੜ ਆਇਆ। ਉਹਨੇ ਇੱਕ ਵਿਹੜੇ 'ਚ ਇੱਕ ਮੁਰਗਾ ਵੇਖਿਆ। ਗਿੱਦੜ ਨੇ ਕੋਲ ਜਾ ਕੇ ਕਿਹਾ, ਤੇਰਾ ਪਿਤਾ ਮੇਰਾ ਪੱਕਾ ਦੋਸਤ ਸੀ। ਮੇਰੇ ਕਹਿਣ 'ਤੇ ਉਹ ਸੁਰੀਲੀ ਆਵਾਜ਼ ਵਿੱਚ 1-2 ਬਾਂਗਾਂ ਵੀ ਦੇ ਦਿਆ ਕਰਦਾ ਸੀ। ਮੁਰਗੇ ਨੇ ਕਿਹਾ, ਮੈਂ ਆਪਣੇ ਪਿਤਾ ਤੋਂ ਘੱਟ ਨਹੀਂ, ਤੇ ਅੱਖਾਂ ਬੰਦ ਕਰਕੇ ਜਿਉਂ ਹੀ ਮੁਰਗੇ ਨੇ ਬਾਂਗ ਦਿੱਤੀ, ਗਿੱਦੜ ਨੇ ਮੁਰਗੇ ਨੂੰ ਝਪੱਟਾ ਮਾਰਿਆ ਤੇ ਆਪਣੇ ਮੂੰਹ ਵਿੱਚ ਲੈ ਕੇ ਚੱਲ ਪਿਆ। ਰਸਤੇ 'ਚ ਇੱਕ ਹੋਰ ਪਿੰਡ ਦੇ ਕੁੱਤੇ ਮਗਰ ਪੈ ਗਏ। ਮੁਰਗੇ ਨੇ ਕਿਹਾ, ਇਹ ਮੇਰੇ ਕਰਕੇ ਤੇਰੇ ਮਗਰ ਪਏ ਨੇ। ਇਹਨਾਂ ਨੂੰ ਦੱਸ ਕੇ ਮੁਰਗਾ ਇਸ ਪਿੰਡ ਦਾ ਨਹੀਂ ਤਾਂ ਇਹ ਕੁੱਤੇ ਤੈਨੂੰ ਪਾੜ ਕੇ ਖਾ ਜਾਣਗੇ। ਗਿੱਦੜ ਨੂੰ ਮੁਰਗੇ ਦੀ ਗੱਲ ਸਿਆਣੀ ਲੱਗੀ। ਉਹਨੇ ਜਿਉਂ ਹੀ ਕੁੱਤਿਆਂ ਨੂੰ ਇਹ ਗੱਲ ਦੱਸਣ ਲਈ ਮੂੰਹ ਖੋਲ੍ਹਿਆ, ਮੁਰਗਾ ਉਡਾਰੀ ਮਾਰ ਕੇ ਦਰੱਖਤ 'ਤੇ ਜਾ
ਬੈਠਾ। ਗਿੱਦੜ ਪਛਤਾਉਂਦਿਆਂ ਕਹਿਣ ਲੱਗਾ, ਲਾਹਨਤ ਹੈ ਉਸ ਮੂੰਹ ਨੂੰ ਜਿਹੜਾ ਬੇਮੌਕਾ ਖੁੱਲ੍ਹ ਜਾਏ। ਮੁਰਗੇ ਨੇ ਦਰਖਤ ਉੱਤੋਂ ਹੀ ਜਵਾਬ ਦਿੱਤਾ, ਲਾਹਨਤ ਹੈ ਉਸ ਅੱਖ ਨੂੰ ਜਿਹੜੀ ਬੇਮੌਕਾ ਬਾਂਗ ਲਈ ਬੰਦ ਹੋ ਜਾਵੇ। ਧੰਨਵਾਦ। ਇਨਾਮ। ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਜਦੋਂ ਸਾਹਿਤ ਅਕੈਡਮੀ ਦਾ ਮਿਆਰੀ ਇਨਾਮ ਮਿਲਿਆ ਤਾਂ ਉਹਦੀ ਅਖਬਾਰਾਂ, ਰਸਾਲਿਆਂ ਆਦਿ ਵਿੱਚ ਭਰਪੂਰ ਚਰਚਾ ਹੋਈ। ਉਹਦੇ ਪੇਂਡੂ ਰਿਸ਼ਤੇਦਾਰ ਉਹਨੂੰ ਇਨਾਮ ਦੀ ਵਧਾਈ ਦੇਣ ਆਏ। ਬੈਠੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਪੁੱਛਿਆ, ਇਨਾਮ ਵਿੱਚ ਪੈਸੇ ਕਿੰਨੇ ਕੁ ਮਿਲੇ ਹਨ? ਜਦੋਂ ਵਿਰਕ ਨੇ ਦੱਸਿਆ 5000 ਤਾਂ ਰਿਸ਼ਤੇਦਾਰ ਨੇ ਕਿਹਾ, ਫਿਰ ਕੀ ਮਿਲਿਆ? ਇੰਨੇ ਦੀ ਤਾਂ ਇੱਕ ਮੈਂ ਵੀ ਨਹੀਂ ਆਉਂਦੀ। ਧੰਨਵਾਦ। ਹਰਾਓ। ਜੇ ਵਿਰੋਧੀ ਜਾਂ ਦੁਸ਼ਮਣ ਮਿਲੇ ਤਾਂ ਵਿਰੋਧ ਨਾ ਕਰੋ, ਗਾਲਾਂ ਨਾ ਕੱਢੋ, ਸਤਿਕਾਰ ਨਾਲ ਬੁਲਾਓ, ਸਨਮਾਨ ਨਾਲ ਬਿਠਾਉਣ ਦਾ ਉਪਰਾਲਾ ਕਰੋ। ਉਸ ਨੂੰ ਆਪਣਾ ਵਿਹਾਰ ਹਾਸੋਹੀਣਾ ਤੇ ਆਪਣੀ ਅਕਲ ਨੀਵੀਂ ਲੱਗਣ ਲੱਗ ਜਾਏਗੀ। ਤਾਕਤ ਨਾਲ ਨਹੀਂ, ਸਿਆਣਪ ਨਾਲ, ਸਖਤੀ ਨਾਲ ਨਹੀਂ, ਨਿਮਰਤਾ ਨਾਲ, ਭੰਡਣ ਨਾਲ ਨਹੀਂ, ਪ੍ਰਸ਼ੰਸਾ ਨਾਲ ਹਰਾਓ। ਧੰਨਵਾਦ। ਬੇਮੇਲਤਾ। ਹੰਕਾਰਿਆਂ ਦੀ ਨਿਮਰਤਾ, ਭੈਂਗਿਆਂ ਦੀ ਦੂਰਦ੍ਰਿਸ਼ਟੀ, ਲੰਗੜਿਆਂ ਦੀ ਵਾਟ, ਟੁੰਡਿਆਂ ਦਾ ਜ਼ੋਰ, ਉਜੜਿਆਂ ਦੀ ਕੋਠੀ, ਕੰਗਾਲਾਂ ਦਾ ਬਟੂਆ, ਅਨਪੜ੍ਹਾਂ ਦਾ ਵਿਗਿਆਨ, ਉਜੱਡਾਂ ਦੀ ਅਣਖ, ਗਰਜ਼ਮੰਦਾਂ ਦਾ ਪਰਉਪਕਾਰ, ਮਾੜਿਆਂ ਦਾ ਸਹਿਯੋਗ, ਰੁਲਦੂਆਂ ਦਾ ਤੋਹਫਾ, ਬਾਦਸ਼ਾਹ ਦੀ ਬੇਨਤੀ, ਸੱਚਿਆਂ ਦੀਆਂ ਚੁਗਲੀਆਂ, ਕਮਜ਼ੋਰਾਂ ਦੀਆਂ ਫੜਾਂ, ਮੰਗਤਿਆਂ ਦਾ ਦਾਨ, ਕੋਝੀ ਦਾ ਨਖਰਾ, ਨਾਸਤਕਾਂ ਦਾ ਧਰਮ, ਨੰਗੀ ਦਾ ਫੈਸ਼ਨ ਆਦਿ ਬੇਮੇਲਤਾ ਦੀਆਂ ਉਦਾਹਰਨਾਂ ਹਨ। ਬੇਮੇਲਤਾ ਵਿੱਚੋਂ ਹਾਸ ਰਸ ਉਪਜਦਾ ਹੈ। ਪੁਰਾਣੇ ਲੋਕ। ਪੰਜਾਬੀ ਲੋਕ ਗੀਤਾਂ ਦੇ ਪ੍ਰਸਿੱਧ ਵਿਦਵਾਨ ਵਣਜਾਰਾ ਬੇਦੀ ਦਾ ਕਾਲਜ ਪੜ੍ਹਦਿਆਂ ਵਿਆਹ ਹੋ ਗਿਆ ਸੀ। ਆਪਣੀ ਬਣਨ ਵਾਲੀ ਪਤਨੀ ਨੂੰ ਉਹਨੇ ਵੇਖਿਆ ਹੋਇਆ ਸੀ, ਸੋ ਉਹ ਆਪ ਨਾ ਗਿਆ ਤੇ ਆਪਣੀ ਮਾਂ ਤੇ ਭੈਣ ਨੂੰ ਵੇਖਣ ਤੇ ਪਸੰਦ ਕਰਨ ਲਈ ਭੇਜ ਦਿੱਤਾ। ਉਹ ਲੜਕੀ ਨੂੰ ਵੇਖ ਕੇ ਪਸੰਦ ਕਰ ਆਈਆਂ। ਜਦੋਂ ਡੋਲੀ ਆ ਗਈ ਤਾਂ ਅਗਲੀ ਸਵੇਰ ਨੂੰ ਵਣਜਾਰਾ ਬੇਦੀ ਨੇ ਵੇਖਿਆ ਕਿ ਉਹ ਲੜਕੀ ਉਹ ਨਹੀਂ ਸੀ ਜਿਹੜੀ ਉਹਨੇ ਕਿਆਸੀ ਹੋਈ ਸੀ। ਫਿਰ ਵੀ ਉਹਨੇ ਉਹਨੂੰ ਆਪਣੀ ਪਤਨੀ ਵਜੋਂ ਖਿੜੇ ਮੱਥੇ ਪ੍ਰਵਾਨ ਕਰ ਲਿਆ। ਕਿੰਨੇ ਭੋਲੇ ਤੇ ਨਿਰਛਲ ਸਨ ਪੁਰਾਣੇ ਲੋਕ। ਸਬਕ ਸਿਖਾਉਣਾ। ਇੱਕ ਕਾਲਜ ਅਧਿਆਪਕ ਆਪਣੇ 2 ਵਿਦਿਆਰਥੀਆਂ ਨਾਲ ਕੁਰੂਕਸ਼ੇਤਰ ਤੋਂ ਹਿਸਾਰ ਯੂਨੀਵਰਸਿਟੀ ਵਿੱਚ ਭਾਸ਼ਣ ਮੁਕਾਬਲਿਆਂ ਲਈ ਜਾ ਰਿਹਾ ਸੀ। ਬੱਸ ਵਿੱਚ ਕੰਡਕਟਰ ਸਵਾਰੀਆਂ ਤੋਂ ਪੈਸੇ ਲੈ ਰਿਹਾ ਸੀ, ਪਰ ਟਿਕਟਾਂ ਨਹੀਂ ਸੀ ਦੇ ਰਿਹਾ। 3-4 ਵਾਰ ਕਹਿਣ 'ਤੇ ਕੰਡਕਟਰ ਨੇ ਉਹਨਾਂ ਤਿੰਨਾਂ ਨੂੰ ਤਾਂ ਟਿਕਟ ਦੇ ਦਿੱਤੀ, ਬਾਕੀ ਕਿਸੇ ਨੂੰ ਨਾ ਦਿੱਤੀ। ਅਧਿਆਪਕ ਨੈਤਿਕ ਵਿਹਾਰ ਤੇ ਅਨੁਸ਼ਾਸਨ ਲਈ ਪ੍ਰਸਿੱਧ ਸੀ। ਉਹ ਕੰਡਕਟਰ ਨੂੰ ਮੁੜ-ਮੁੜ ਪੁੱਛ ਰਿਹਾ ਸੀ ਕਿ ਉਹ ਸਵਾਰੀਆਂ ਨੂੰ ਟਿਕਟਾਂ ਕਿਉਂ ਨਹੀਂ ਦੇ ਰਿਹਾ। ਕੰਡਕਟਰ ਨੇ ਕਿਹਾ, ਤੇਰੇ ਕੋ ਟਿਕਟ ਮਿਲ ਗਈ, ਅਬ ਤੂੰ ਆਪਣਾ ਕੰਮ ਕਰ। ਅਧਿਆਪਕ ਨੇ ਉਹਨਾਂ ਸਾਰੀਆਂ ਸਵਾਰੀਆਂ ਦੇ ਨਾਂ ਲਿਖੇ ਜਿਨ੍ਹਾਂ ਤੋਂ ਪੈਸੇ ਲਏ ਸੀ ਪਰ ਟਿਕਟ ਨਹੀਂ ਸੀ ਦਿੱਤੀ। कंडक्टर ने पूछा, ये क्या कर रहे हो? अध्यापक ने किया, तैने तो अपना काम कर लिया, अब मैंने भी तो करना है। कंडक्टर ने किया, नाम लिख कर क्या करोगे? मंत्री को भेजूंगा। कंडक्टर ने अपना भविख सोच लिया सी। आके माफ़ी मंगी ते क्या, आगे से नहीं करूँगा। अध्यापक ने किया, 2 शर्तें हैं। पहली ये कि सबको टिकट दो, दूसरी ये कि सबके सामने मुर्गा बनो। कंडक्टर ने दोवें पूरियां कीतियां। सवारियां ने ताड़ियां वजाइयां। एक सवारी ने ऊंची आवाज़ च किया, अध्यापक वो जो सबक पढ़ाए और जो ना पढ़े उसे सबक सिखाए। धन्यवाद। निशान। एक इमारत ते गोलियां दे निशान सन। निशानां दे आले दुआले 10 साल दे एक विद्यार्थी ने चाक नाल गोले बनाए हुए सन। ਲੰਘ ਰਹੇ ਕੁਝ ਵਿਅਕਤੀਆਂ ਵਿੱਚੋਂ ਇੱਕ ਨੇ ਕਿਹਾ, ਕੋਈ ਬੜਾ ਨਿਸ਼ਾਨੇਬਾਜ਼ ਸੀ ਜਿਹਨੇ ਹਰ ਗੋਲੇ ਵਿੱਚ ਹੀ ਗੋਲੀ ਮਾਰੀ ਹੈ। ਧੰਨਵਾਦ। ਮਨੋਰੰਜਨ। ਬਰਤਾਨਵੀ ਪ੍ਰਧਾਨ ਮੰਤਰੀ ਲਾਇਡ ਜਾਰਜ ਨੂੰ ਇੱਕ ਪੱਤਰਕਾਰ ਨੇ ਪੁੱਛਿਆ, ਤੁਹਾਨੂੰ ਅਨੇਕਾਂ ਲੋਕ ਆਪਣੀਆਂ ਸਮੱਸਿਆਵਾਂ ਦੱਸਣ ਆਉਂਦੇ ਹਨ,
ਪਰ ਤੁਸੀਂ ਫਿਰ ਵੀ ਬੜੇ ਖੁਸ਼ ਰਹਿੰਦੇ ਹੋ। ਕੀ ਤੁਸੀਂ ਥੱਕਦੇ ਨਹੀਂ? ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਇੱਕ ਬੰਦਾ ਆਪਣੀ ਸਮੱਸਿਆ ਦੱਸ ਕੇ ਚਲਾ ਜਾਂਦਾ ਹੈ ਤਾਂ ਨਵਾਂ ਬੰਦਾ ਨਵੀਂ ਸਮੱਸਿਆ ਸੁਣਾਉਂਦਾ ਹੈ। ਮੇਰਾ ਇਹੀ ਮਨੋਰੰਜਨ ਹੁੰਦਾ ਹੈ। ਮੰਜ਼ਿਲ ਵੱਲ ਧਿਆਨ। ਸੰਗੀਤਕਾਰ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ? 5 ਸਾਲ। ਜੇ ਮੈਂ ਦੁੱਗਣੀ ਮਿਹਨਤ ਕਰਾਂ ਤਾਂ ਕਿੰਨਾ ਲੱਗੇਗਾ? 10 ਸਾਲ। ਜੇ ਮੈਂ ਦਿਨ ਰਾਤ ਰਿਆਜ਼ ਕਰਾਂ ਤਾਂ ਕਿੰਨਾ ਸਮਾਂ ਲੱਗੇਗਾ? 20 ਸਾਲ। ਮੈਂ ਜਲਦੀ ਸੰਗੀਤਕਾਰ ਬਣਨ ਬਾਰੇ ਪੁੱਛਦਾ ਤੇ ਤੁਸੀਂ ਸਮਾਂ ਦੁੱਗਣਾ ਕਰ ਦਿੰਦੇ ਹੋ। ਸਮਾਂ ਇਸ ਲਈ ਦੁੱਗਣਾ ਲੱਗੇਗਾ ਕਿਉਂਕਿ ਤੁਹਾਡਾ ਧਿਆਨ ਮੰਜ਼ਿਲ 'ਤੇ ਹੈ, ਰਸਤੇ 'ਤੇ ਨਹੀਂ। ਜੇ ਰਸਤੇ 'ਤੇ ਧਿਆਨ ਅੱਧਾ ਹੋਏਗਾ ਤਾਂ ਸਮਾਂ ਦੁੱਗਣਾ ਲੱਗੇਗਾ। ਠੀਕ ਰਸਤੇ 'ਤੇ ਸਹੀ ਢੰਗ ਨਾਲ ਚੱਲਦਿਆਂ ਹੀ ਮੰਜ਼ਿਲ ਮਿਲੇਗੀ। ਧੰਨਵਾਦ। ਤਫਤੀਸ਼। ਤਫਤੀਸ਼ ਵਿੱਚ ਹਰੇਕ ਵੇਰਵਾ ਮਹੱਤਵਪੂਰਨ ਹੁੰਦਾ ਹੈ। ਪਰਿਵਾਰ ਵਿਆਹ 'ਤੇ ਗਿਆ ਹੋਇਆ ਸੀ। ਕੇਵਲ ਮਾਂ ਘਰ ਸੀ। ਮਾਂ ਨੇ ਕੁੱਤਾ ਤੇ ਤੋਤਾ ਪਾਲਿਆ ਹੋਇਆ ਸੀ। ਪਤੀ ਦਾ ਭਤੀਜਾ ਆਇਆ ਲੁੱਟਣ ਸੀ। ਇਸਤਰੀ ਦੇ ਵਿਰੋਧ ਕਰਨ 'ਤੇ ਉਹਨੇ ਕਤਲ ਕਰ ਦਿੱਤਾ ਤੇ ਪੈਸੇ ਤੇ ਗਹਿਣੇ ਲੈ ਕੇ ਦੌੜ ਗਿਆ। ਕੁੱਤਾ ਭੌਂਕਿਆ ਸੀ, ਉਹ ਵੀ ਮਾਰ ਦਿੱਤਾ। ਜਦੋਂ ਪਰਿਵਾਰ ਦੇਰ ਰਾਤ ਨੂੰ ਡੋਲੀ ਲੈ ਕੇ ਆਇਆ ਤਾਂ ਕਤਲ ਦਾ ਪਤਾ ਲੱਗਿਆ। ਪਤੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਤਲ ਕਿਉਂ ਤੇ ਕਿਵੇਂ ਹੋਇਆ। ਉਹਨਾਂ ਦਿਨਾਂ ਵਿੱਚ ਹਮਦਰਦੀ ਪ੍ਰਗਟਾਉਣ ਤੇ ਸ਼ੱਕ ਤੋਂ ਬਚਣ ਲਈ ਜਦੋਂ ਉਹ ਕਾਤਲ ਭਤੀਜਾ ਘਰ ਆਉਂਦਾ ਸੀ ਤਾਂ ਤੋਤਾ ਉਹਨੂੰ ਵੇਖ ਕੇ ਅਜੀਬ ਕਿਸਮ ਦਾ ਚੀਕ ਚਿਹਾੜਾ ਪਾਉਂਦਾ ਸੀ। ਧੀ ਨੇ ਪੁਲਿਸ ਨੂੰ ਤੋਤੇ ਦੇ ਇਸ ਵਿਹਾਰ ਬਾਰੇ ਦੱਸਿਆ। ਪੁਲਿਸ ਨੇ ਭਤੀਜੇ ਤੋਂ ਪੁੱਛਤਾਛ ਕੀਤੀ। ਉਹੀ ਕਾਤਲ ਨਿਕਲ ਆਇਆ। ਇਹ ਨਿੱਕਾ ਪਰ ਮਹੱਤਵਪੂਰਨ ਵੇਰਵਾ ਸੀ। ਧੰਨਵਾਦ। ਹਉਮੈ। ਮਨੁੱਖ ਦੀ ਸਭ ਤੋਂ ਵੱਡੀ ਕਾਢ ਪਰਮਾਤਮਾ ਨਹੀਂ, ਉਹਦੀ ਮੈਂ ਹੈ। ਇਹ ਮੈਂ ਮਨੁੱਖ ਦੇ ਵਿਕਾਸ ਦਾ ਆਧਾਰ ਹੈ। ਇਸ ਮੈਂ ਕਾਰਨ ਬਰਾਬਰੀ ਮੁੱਕ ਗਈ। ਇਸ ਮੈਂ ਨਾਲ ਪਰਿਵਾਰ, ਸਮਾਜ, ਕਬੀਲੇ, ਧਰਮ, ਕੌਮਾਂ ਤੇ ਦੇਸ਼ ਬਣ ਗਏ ਤੇ ਹਰ ਖੇਤਰ ਵਿੱਚ ਵੱਖਰੇਵੇਂ ਉਪਜ ਪਏ। ਮੈਂ, ਮੇਰਾ, ਅਸੀਂ, ਸਾਡਾ ਇਸੇ ਮੈਂ ਦਾ ਵਿਸਥਾਰ ਹਨ। ਮੁਕਾਬਲਾ ਚੱਲ ਪਿਆ, ਆਗੂ ਉਪਜੇ। ਇਹਨਾਂ ਨੇ ਆਪਣੇ ਆਪ ਨੂੰ ਚੰਦਰਵੰਸ਼ੀ, ਸੂਰਜਵੰਸ਼ੀ ਦੱਸਿਆ। ਆਪਣੀ ਮੈਂ ਨੂੰ ਚੱਲਦਾ ਰੱਖਣ ਲਈ ਖਾਨਦਾਨ, ਜੱਦੀ, ਗੱਦੀ, ਵਾਰਸ, ਖਜ਼ਾਨਾ, ਸੋਨਾ, ਹੀਰੇ ਮਹੱਤਵਪੂਰਨ ਹੋ ਗਏ। ਮੈਂ ਦਾ ਵਿਸਥਾਰ ਤੇ ਵਿਸਤਾਰ ਜਾਰੀ ਹੈ। ਧੰਨਵਾਦ।